ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਅਸੀਂ ਆਪ ਜੀ ਲਈ ਲੈ ਕੇ ਆਏ ਹਾਂ ਟੈਕਟੋ ਮੰਥ ਅਪ੍ਰੈਲ, ਜਿਹਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਦਸਤਾਰ ਜਿਹੜੀ ਬਣਨੀ ਹੈ ਕੰਪੀਟੀਸ਼ਨ ਲਈ ਕਿੱਦਾਂ ਬੰਨੀ ਜਾਂਦੀ ਹੈ। ਕਹਿਣ ਦਾ ਭਾਵ ਦਸਤਾਰ ਮੁਕਾਬਲੇ ਲਈ ਸਭ ਤੋਂ ਫਾਸਟ ਪੱਗ ਕਿੱਦਾਂ ਬੰਨੀ ਜਾਂਦੀ ਹੈ। ਸੋ ਇਹਦੇ ਉੱਪਰ ਇੱਕ ਝਾਕੀ ਪਾਉਂਦੇ ਹਾਂ। ਦੋਸਤੋ ਜਿਵੇਂ ਕਿ ਅਸੀਂ ਆਪ ਜੀ ਨੂੰ ਦੱਸਿਆ ਹੈ ਕਿ ਅੱਜ ਦਾ ਜੋ ਟੈਕਟ ਹੈ ਉਹ ਦਸਤਾਰ ਮੁਕਾਬਲੇ ਲਈ ਦਸਤਾਰ ਨੂੰ ਰੈਡੀ ਕਰਨਾ ਹੈ ਕਿ ਕਿਸ ਤਰ੍ਹਾਂ ਤੁਸੀਂ ਦਸਤਾਰ ਸਜਾਉਣੀ ਹੈ, ਟਾਈਮ ਦੇ ਵਿੱਚ ਸਜਾਉਣੀ ਹੈ, ਮਰਿਆਦਾ ਦੇ ਹਿਸਾਬ ਨਾਲ ਸਜਾਉਣੀ ਹੈ। ਸਭ ਤੋਂ ਪਹਿਲਾ ਸਟੈਪ ਤਾਂ ਇਹੀ ਹੁੰਦਾ ਕਿ ਤੁਹਾਨੂੰ ਦਸਤਾਰ ਦਾ ਜਿਹੜਾ ਸਾਈਜ਼ ਹੈ ਉਹ ਪਤਾ ਹੋਣਾ ਚਾਹੀਦਾ ਹੈ। ਦਸਤਾਰ ਦਾ ਸਾਈਜ਼ ਜਿਹੜਾ ਤੁਸੀਂ 5 ਲੜਾਂ ਦੀ ਲਓਗੇ ਤਾਂ ਟਾਈਮ ਘੱਟ ਲੱਗੇਗਾ, 6 ਲੜਾਂ ਦੀ ਲਓਗੇ ਤਾਂ ਟਾਈਮ ਥੋੜ੍ਹਾ ਵੱਧ ਲੱਗੇਗਾ। ਇਹ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੁੰਦਾ ਹੈ। ਦਸਤਾਰ ਦੇ ਵਿੱਚ ਇਹ ਜੀ ਇਕੱਲਾ ਨਹੀਂ ਹੁੰਦਾ ਕਿ ਤੁਸੀਂ ਦਸਤਾਰ ਬੰਨ੍ਹ ਲਿੱਤੀ ਤਾਂ ਤੁਸੀਂ ਦਸਤਾਰ ਕੰਪੀਟੀਸ਼ਨ ਜਿੱਤ ਲਿੱਤਾ। ਦਸਤਾਰ ਕੰਪੀਟੀਸ਼ਨ ਵਿੱਚ ਤੁਹਾਡੀ ਪਰਸਨੈਲਿਟੀ ਆ, ਜੋ ਤੁਸੀਂ ਦਸਤਾਰ ਦੇ ਵਿੱਚ ਮਰਿਆਦਾ ਯੂਜ਼ ਕੀਤੀ ਆ, ਜੋ ਤੁਸੀਂ ਦਸਤਾਰ ਦੇ ਵਿੱਚ ਕਹਿੰਦੇ ਕਿ ਉਹ ਲੈਵਲ ਪਾਉਂਦੇ ਪਏ ਹੋ, ਜੋ ਵੋਲੀਅਮ ਤੁਸੀਂ ਉਹਦੀ ਯੂਜ਼ ਕਰ ਰਹੇ ਹੋ, ਕਿ ਜੋ ਤੁਹਾਡੀ ਫੇਸ 'ਤੇ ਜੱਚ ਰਿਹਾ ਹੈ ਉਹ ਵਾਕਈ ਗੱਲਬਾਤ ਬਣੀ ਹੈ ਕਿ ਨਹੀਂ ਬਣੀ। ਸੋ ਇਹਦੇ 'ਚ ਜਿਹੜਾ ਦਸਤਾਰ ਦਾ ਸਾਈਜ਼ ਬਹੁਤ ਮੈਟਰ ਕਰਦਾ ਹੈ। ਜਿਹੜੀ 6 ਲੜਾਂ ਦੀ ਪੱਗ ਹੁੰਦੀ ਹੈ ਉਹ ਬਹੁਤ ਹੀ ਕ੍ਰੀਏਟਿਵ ਪੱਗ ਹੁੰਦੀ ਹੈ, ਬਹੁਤ ਨਾਈਸ ਪੱਗ ਲੱਗਦੀ ਹੈ। ਐਂਡ 5 ਲੜਾਂ ਦੀ ਪੱਗ ਜਿਹੜੀ ਹੈ ਮੋਸਟਲੀ ਛੋਟੇ ਬੱਚਿਆਂ ਵਾਸਤੇ ਯੂਜ਼ ਕੀਤੀ ਜਾਂਦੀ ਹੈ ਅਤੇ ਉਹਨਾਂ 'ਚ 5 ਲੜਾਂ ਦੀ ਹੀ ਬੰਨਣੀ ਚਾਹੀਦੀ ਹੈ, ਵੱਡੀ ਪੱਗ ਨਹੀਂ ਬੰਨਣੀ ਚਾਹੀਦੀ। ਅਤੇ ਉਸ ਤੋਂ ਬਾਅਦ ਜਿਹੜਾ ਮੇਨ ਗੱਲ ਆ ਜਾਂਦੀ ਹੈ ਕਿ ਦਸਤਾਰ ਜਿਹੜੀ ਹੈ ਬੰਨਣੀ ਕਿਹੜੀ ਚਾਹੀਦੀ ਹੈ। ਦਸਤਾਰ ਜਿਹੜੀ ਤੁਸੀਂ ਬੰਨਣੀ ਹੈ ਉਹ ਬੰਨਣੀ ਉਹੀ ਹੈ ਜਿਹੜੀ ਤੁਸੀਂ ਆਮ ਲਾਈਫ ਦੇ ਵਿੱਚ ਜਿਹੜੀ ਯੂਜ਼ ਕਰਦੇ ਹੋ। ਕਹਿਣ ਦਾ ਭਾਵ ਪਟਿਆਲਾ ਸ਼ਾਹੀ ਜਾਂ ਮੋਰਨੀ ਪੱਗ ਜਿਹੜੀ ਨੋਰਮਲ ਤੁਸੀਂ ਇੱਕ ਲੜਾ ਸਿੰਗਲ ਲੜ ਵਾਲੀ ਬੰਨ੍ਹਦੇ ਹੋ, ਜਿਵੇਂ ਹੁਣ ਵੀ ਬੰਨੀ ਹੋਈ ਹੈ। ਇਹ ਦਸਤਾਰ ਤੁਹਾਨੂੰ ਹਮੇਸ਼ਾ ਬੰਨਣੀ ਚਾਹੀਦੀ ਹੈ ਜੋ ਤੁਸੀਂ ਕੰਪੀਟੀਸ਼ਨ ਦੇ ਵਿੱਚ ਯੂਜ਼ ਕਰਨੀ ਆ। ਕਦੇ ਰਿੰਕਲ ਵਾਲੀ ਬਟਾਂ ਵਾਲੀ ਪੱਗ ਨਹੀਂ ਬੰਨਣੀ ਚਾਹੀਦੀ। ਜੇਕਰ ਤੁਸੀਂ ਡਬਲ ਲੜਾਂ ਵਾਲੀ ਪੱਗ ਬੰਨ੍ਹਦੇ ਹੋ ਉਹ ਤੁਹਾਡਾ ਪਲੱਸ ਪੁਆਇੰਟ ਹੈ ਐਂਡ ਉਹ ਤੁਹਾਡੀ ਰੂਟੀਨ ਦੇ ਵਿੱਚ ਹੈ ਐਂਡ ਤੁਹਾਡੇ ਹੱਥ 'ਤੇ ਚੜ੍ਹੀ ਹੋਈ ਦਸਤਾਰ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹੋ, ਉਹਦਾ ਕੋਈ ਪ੍ਰੋਬਲਮ ਨਹੀਂ ਹੈ। ਬਟ ਜੋ ਤੁਹਾਡੇ ਹੱਥ ਵਿੱਚ ਜਿਹੜੀ ਚੀਜ਼ ਚੜ੍ਹੀ ਹੋਈ ਹੈ ਉਹੀ ਤੁਸੀਂ ਯੂਜ਼ ਕਰੋਗੇ ਤਾਂ ਚੰਗੀ ਗੱਲ ਹੈ। ਐਂਡ ਮੇਨ ਗੱਲ ਆ ਜਾਂਦੀ ਤੁਸੀਂ ਦਸਤਾਰ ਬੰਨ੍ਹਣੀ ਕਿੱਦਾਂ ਹੈ। ਦਸਤਾਰ ਬੰਨ੍ਹਣ ਤੋਂ ਪਹਿਲਾਂ ਤੁਹਾਡੀ ਦਸਤਾਰ ਵੱਜੀ ਹੋਣੀ ਚਾਹੀਦੀ ਹੈ। ਇਹ ਕਹਿਣ ਦਾ ਮਤਲਬ ਕਿ ਬਹੁਤ ਮੇਨ ਪੁਆਇੰਟ ਆ, ਦਸਤਾਰ ਬੰਨ੍ਹਣ ਤੋਂ ਪਹਿਲਾਂ ਤੁਹਾਡੀ ਦਸਤਾਰ ਬੰਨ੍ਹੀ ਹੋਣੀ ਚਾਹੀਦੀ ਹੈ। ਕਹਿਣ ਦਾ ਭਾਵ ਕਿ ਜਿਹੜੀ ਤੁਸੀਂ ਪੱਗ ਬੰਨ੍ਹਣੀ ਹੈ, ਜੋ ਤੁਸੀਂ ਸਟਾਈਲ ਬਣਾਉਣਾ ਹੈ, ਉਹਦੇ ਲਈ ਤੁਸੀਂ ਹਮੇਸ਼ਾ ਕੌਨਫੀਡੈਂਟ ਅਤੇ ਰੈਡੀ ਹੋਣੇ ਚਾਹੀਦੇ ਹੋ ਕਿ ਤੁਸੀਂ ਦਸਤਾਰ ਦਾ ਪਹਿਲਾ ਲੜ ਕਿੱਦਾਂ ਲਾਉਣਾ, ਦੂਜਾ ਕਿੱਦਾਂ ਲਾਉਣਾ, ਤੀਜਾ ਕਿੱਦਾਂ ਲਾਉਣਾ, ਚੌਥਾ ਕਿੱਦਾਂ ਲਾਉਣਾ। ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ। ਕਹਿਣ ਦਾ ਭਾਵ ਕਿ ਜਦੋਂ ਤੁਸੀਂ ਲੜ ਲਾਉਣਾ ਹੈ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਕਿ ਇਹ ਮੈਂ ਲੜ ਇੱਥੇ ਟਿਕਾਉਣਾ ਹੈ। ਸਿੱਧੀ ਜੀ ਗੱਲ ਹੈ। ਇਹਨੂੰ ਕਹਿੰਦੇ ਨੇ ਦਸਤਾਰ ਬੰਨ੍ਹਣ ਤੋਂ ਪਹਿਲਾਂ ਦਸਤਾਰ ਵੱਜੀ ਹੋਣੀ ਚਾਹੀਦੀ ਹੈ। ਇਹ ਧਿਆਨ ਜਿਹੜਾ ਬਹੁਤ ਹੀ ਮੇਨ ਰੱਖਣਾ ਹੈ ਕਿ ਦਸਤਾਰ ਜੋ ਤੁਸੀਂ ਬੰਨ੍ਹ ਰਹੇ ਹੋ ਅਤੇ ਆਪ ਜੀ ਨੇ ਉਹੀ ਦਸਤਾਰ ਬੰਨ੍ਹਣੀ ਹੈ ਜੋ ਤੁਸੀਂ ਪ੍ਰੈਕਟਿਸ ਕਰਕੇ ਆਏ ਹੋ। ਉਸ ਤੋਂ ਬਾਅਦ ਆਪਣਾ ਮੇਨ ਜਿਹੜਾ ਢੰਗ ਆ ਜਾਂਦਾ ਕਿ ਦਸਤਾਰ ਬੰਨ੍ਹਣੀ ਕਿੱਦਾਂ ਹੈ। ਦਸਤਾਰ ਬੰਨ੍ਹਣ ਦਾ ਢੰਗ ਇਹ ਹੈ ਕਿ ਪਹਿਲਾਂ ਤੁਸੀਂ ਦਸਤਾਰ ਜਿਹੜੀ ਪੂਰੀ ਕਰ ਲੈਣੀ ਹੈ। ਕਹਿਣ ਦਾ ਭਾਵ ਪਹਿਲੇ ਪੱਲੇ ਤੋਂ ਲੈ ਕੇ ਜਿਹੜੇ ਤੁਸੀਂ 6 ਪੱਲੇ ਲਾ ਲੈਣੇ ਨੇ ਐਂਡ 6 ਦੇ 6 ਪੱਲੇ ਪੂਰੇ ਰੈਡੀ ਹੋ ਜਾਣਗੇ। ਕਹਿੰਦਾ ਵਾਲੀ ਦਸਤਾਰ ਵੱਜ ਜਾਏਗੀ। ਉਸ ਤੋਂ ਬਾਅਦ ਆਪ ਜੀ ਨੇ ਬਾਜ ਦੇ ਨਾਲ ਜਾਂ ਫਿਰ ਆਪਣੇ ਹੱਥਾਂ ਦੇ ਨਾਲ ਸਫਾਈ ਕਰਨੀ ਹੈ। ਕੋਸ਼ਿਸ਼ ਕਰੋ ਕਿ ਆਪਣੇ ਹੱਥਾਂ ਦੀ ਮਿਹਨਤ ਕਰੋ ਤਾਂ ਚੰਗੀ ਗੱਲ ਹੈ। ਐਂਡ ਬਾਜ ਦੀ ਜਿਹੜੀ ਹੈਲਪ ਹੈ ਉਹ ਬਾਅਦ 'ਚ ਲੈਣੀ, ਬਿਲਕੁਲ ਐਂਡ 'ਤੇ ਲੈਣੀ ਹੈ। ਜਦੋਂ ਲੜ ਤੁਸੀਂ ਸਾਰੇ ਸਾਫ਼ ਕਰ ਲਿੱਤੇ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਕਲਗੀਆ ਲੜ ਜਿਹੜਾ ਲਗਾ ਸਕਦੇ ਹੋ। ਦੈਨ ਆਪਣਾ ਸਿਰ ਜਿਹੜਾ ਫਟਾਫਟ ਢੱਕਣਾ ਹੈ ਐਂਡ ਪ੍ਰੋਪਰਲੀ ਹੱਥ ਪਾ ਕੇ ਚੈੱਕ ਕਰਨਾ ਹੈ ਕਿ ਸਿਰ ਪੂਰਾ ਢੱਕਿਆ ਗਿਆ। ਸਿਰ ਢੱਕਣਾ ਬਹੁਤ ਜਿਹੜੀ ਮੇਨ ਚੀਜ਼ ਹੈ। ਐਂਡ ਪਿੱਛੋਂ ਵੀ ਜਿਹੜਾ ਲੁੱਪੀ ਵਾਲਾ ਪੱਲਾ ਹੈ ਉਹ ਫਿਟ ਕਰਕੇ ਦਸਤਾਰ ਨੂੰ ਇੱਕ ਵਾਰੀ ਐਂਡ ਕਰ ਲੈਣਾ। ਉਸ ਤੋਂ ਬਾਅਦ ਆਪ ਜੀ ਨੇ ਜਿਹੜੇ ਰਾਈਟ ਸਾਈਡ ਦੇ ਪੱਲੇ ਨੇ ਪੱਲੇ ਜਿਹੜੇ ਸੈੱਟ ਕਰਨੇ ਨੇ, ਹੱਥ ਵਿੱਚ ਫੇਰ ਕੇ ਸਾਰੇ ਲੜ ਜਿਹੜੇ ਮੋਟੇ ਕਰ ਦੇਣੇ। ਜੇ ਲੜ ਜ਼ਿਆਦਾ ਨੀਚੇ ਆ ਰਹੇ ਨੇ ਤਾਂ ਇਕੱਲੇ ਪੱਲੇ ਨੂੰ ਉੱਪਰ ਚੁੱਕ ਲੈਣਾ ਹੈ। ਹੁਣ ਅਸੀਂ ਆਪ ਜੀ ਨੂੰ ਵੀਡੀਓ ਵਿੱਚ ਕਰਕੇ ਦਿਖਾਵਾਂਗੇ ਵੀ। ਐਂਡ ਆਪ ਜੀ ਨੇ ਜਿਹੜੇ ਖੱਬੇ ਪਾਸੇ ਲੜ ਲਾਏ ਨੇ ਉਹਨਾਂ ਵਿੱਚ ਇੱਕ ਲੜਾ ਪੱਲੇ ਨੂੰ ਦੇਖ ਕੇ ਬਾਜ ਮਾਰ ਲੈਣਾ ਹੈ। ਇਸ ਤਰੀਕੇ ਨਾਲ ਆਪ ਜੀ ਦੀ ਦਸਤਾਰ ਜਿਹੜੀ 5 ਮਿੰਟ ਦੇ ਵਿੱਚ ਜਿਹੜੀ ਹੈ ਰੈਡੀ ਹੋ ਜਾਏਗੀ। 5 ਲੜਾਂ ਦੀ ਪੱਗ ਨੂੰ 4.5 ਮਿੰਟ ਲੱਗਣੇ ਚਾਹੀਦੇ ਨੇ ਜਾਂ ਫਿਰ 5 ਮਿੰਟ ਲੱਗਣੇ ਚਾਹੀਦੇ ਆ। ਐਂਡ 6 ਲੜਾਂ ਦੀ ਪੱਗ ਨੂੰ 7 ਮਿੰਟ ਲੱਗਣੇ ਚਾਹੀਦੇ ਹੁੰਦੇ ਨੇ। 7 ਮਿੰਟ ਦਾ ਟਾਈਮਿੰਗ 6 ਲੜਾਂ ਵਾਸਤੇ ਬਹੁਤ ਵਧੀਆ ਟਾਈਮਿੰਗ ਹੈ ਐਂਡ ਪ੍ਰੋਫੈਸ਼ਨਲ ਟਾਈਮਿੰਗ ਹੈ, ਕਿਉਂਕਿ ਇਹ ਜਿਹੜਾ ਟਾਈਮਿੰਗ ਹੈ ਇਹ ਪ੍ਰੋਪਰ ਪ੍ਰੋਫੈਸ਼ਨਲ ਪੱਗ ਬਣਨ ਵਾਸਤੇ ਹੈ। ਉਸ ਤੋਂ ਬਾਅਦ ਆਪਣੀ ਜਿਹੜੀ ਮੇਨ ਗੱਲ ਆ ਜਾਂਦੀ ਹੈ ਕਿ ਦਸਤਾਰ ਦੀ ਜਿਹੜੀ ਤਿਆਰੀ ਆ ਉਹ ਕਿੱਦਾਂ ਕਰਨੀ ਹੈ। ਦਸਤਾਰ ਦੀ ਤਿਆਰੀ ਤੁਹਾਡੇ ਬੇਸ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਪੂਣੀ ਤੋਂ ਸ਼ੁਰੂ ਹੋ ਜਾਂਦੀ ਹੈ। ਦਸਤਾਰ ਦੀ ਤਿਆਰੀ ਤੁਸੀਂ ਇਸ ਹਿਸਾਬ ਨਾਲ ਕਰਨੀ ਹੈ ਕਿ ਦਸਤਾਰ ਜਿਹੜੀ ਹੈ ਜਦੋਂ ਤੁਸੀਂ ਬੰਨੋਗੇ ਤਾਂ ਤੁਹਾਡੀ ਜਿਹੜੀ ਪੂਣੀ ਜਿਹੜੀ ਹੈ ਉਹ ਮੈਸਡ ਅਪ ਨਾ ਹੋਵੇ। ਕਹਿਣ ਦਾ ਮਤਲਬ ਪੂਣੀ ਜਿਹੜੀ ਖਿਲਰਨੀ ਨਹੀਂ ਚਾਹੀਦੀ। ਇਹ ਜਿਹੜਾ ਮੇਨ ਬਹੁਤ ਵੱਡਾ ਪੁਆਇੰਟ ਹੈਗਾ ਕਿ ਤੁਹਾਡੀ ਜਿਹੜੀ ਪੂਣੀ ਆ ਉਹ ਜੇ ਖਿਲਰ ਜਾਵੇ ਤਾਂ ਬਹੁਤ ਪੰਗਾ ਪੈ ਜਾਂਦਾ ਹੈ। ਸਭ ਤੋਂ ਪਹਿਲਾਂ ਧਿਆਨ ਜਿਹੜਾ ਤੁਸੀਂ ਇਹੀ ਰੱਖਣਾ ਹੈ ਕਿ ਤੁਹਾਡੀ ਜਿਹੜੀ ਪੂਣੀ ਹੈ ਉਹ ਬਹੁਤ ਹੀ ਨਾਈਸ ਅਤੇ ਵਧੀਆ ਹੋਣੀ ਚਾਹੀਦੀ ਹੈ। ਐਂਡ ਤੁਹਾਡਾ ਜਿਹੜਾ ਬੇਸ ਹੈ ਉਹ ਬਹੁਤ ਪਰਫੈਕਟ ਹੋਣਾ ਚਾਹੀਦਾ, ਮਰਿਆਦਾ ਵਿੱਚ ਹੋਣਾ ਚਾਹੀਦਾ ਹੈ। ਜੇ ਤੁਸੀਂ ਅੰਮ੍ਰਿਤਧਾਰੀ ਸਿੰਘ ਹੋ ਤਾਂ ਕੰਘਾ ਸਾਹਿਬ ਲਾਉਣਾ ਜ਼ਰੂਰੀ ਹੈ। ਜੂੜਾ ਕਰਨਾ ਹੈ, ਜੂੜਾ ਜਿਹੜਾ ਬਿਲਕੁਲ ਸੌਫਟ ਕਰ ਲੈਣਾ ਹੈ। ਪ੍ਰੋਪਰ ਤੁਹਾਡਾ ਜੂੜਾ ਜਿਹੜਾ ਇੱਦਾਂ ਸ਼ੋਅ ਹੋਣਾ ਚਾਹੀਦਾ ਕਿ ਤੁਹਾਡਾ ਜੂੜਾ ਫਲੈਟ ਕੀਤਾ ਹੋਇਆ ਹੈ, ਕੇਸਾਂ ਦੀ ਬੇਇੱਜ਼ਤੀ ਕਰਕੇ ਤੁਸੀਂ 2 ਗੁੱਤਾਂ ਕਰਕੇ ਖਿਲਾਰਿਆ ਨਹੀਂ ਹੋਇਆ। ਇਹ ਬਹੁਤ ਹੀ ਜ਼ਿਆਦਾ ਵੱਡੇ ਪੁਆਇੰਟਸ ਨੇ ਜਿਹੜੇ ਜੱਜਿਸ ਨੂੰ ਪ੍ਰਭਾਵਿਤ ਕਰਦੇ ਨੇ। ਮਰਿਆਦਾ ਬਹੁਤ ਜ਼ਰੂਰੀ ਹੁੰਦੀ ਹੈ ਦਸਤਾਰ ਦੇ ਵਿੱਚ। ਪੂਣੀ ਕਰਨ ਵੇਲੇ ਆਪ ਜੀ ਨੇ ਧਿਆਨ ਰੱਖਣਾ ਹੈ ਕਿ ਪੂਣੀ ਜਿਹੜੀ ਪ੍ਰੋਪਰਲੀ ਵੱਜੀ ਹੋਵੇ। 4 ਉਂਗਲਾਂ ਚੌੜਾਈ ਸਟਾਰਟਿੰਗ ਤੋਂ, ਸੈਂਟਰ 'ਚ 5 ਤੋਂ 6 ਐਂਡ ਦੇ ਐਂਡ 'ਤੇ ਫਿਰ 4 ਉਂਗਲਾਂ ਹੋਣੀ ਚਾਹੀਦੀ ਹੈ।
जेकर आप जी सुक्की पग बन रहे हो तो पूनी जी थोड़ी खोल के करनी है एंड वो जी चढ़ाई है स्टार्टिंग तो 5 तो 6 सेंटर तो 6 तो 7 एंड से फिर 5 तो 6 जी चढ़ाई होनी चाहिए है। इस तरीके जो पूनी बन जाती है कोहली साइड थले बन साइड उपर रख के दस्तार की शुरुआत करनी है एंड हुण असी दस्तार की शुरुआत करके दिखाने हैं। कंपीटीशन वास्ते दस्तार बनने लई सब तो पहले आप जी ने ध्यान ये रखना है कि जिहड़े तुसीं पिंच लगा रहे हो वो 2 बारी नहीं लाने, पिंच सारे एक बारी ही लगणगे। तुहाडी दस्तार नूं बन्नण दी तैयारी आप जी ने इन्नी क वधिया करनी है ਤਾਂ ਜੋ ਜਦੋਂ ਤੁਸੀਂ ਪੱਗ ਬੰਨ੍ਹ ਰਹੇ ਹੋਵੋ ਤਾਂ ਉਹ ਦਸਤਾਰ ਇਸ ਤਰੀਕੇ ਨਾਲ ਬੱਝਣੀ ਚਾਹੀਦੀ ਹੈ ਕਿ ਉਹ ਦਸਤਾਰ ਜਿਵੇਂ ਪਹਿਲਾਂ ਹੀ ਬੰਨੀ ਹੋਈ ਹੈ। ਕਹਿਣ ਦਾ ਭਾਵ ਪੱਗ ਬੰਨ੍ਹਣ ਤੋਂ ਪਹਿਲਾਂ ਤੁਹਾਡੀ ਪੱਗ ਬੱਝੀ ਹੋਣੀ ਚਾਹੀਦੀ ਹੈ। ਸੋ ਉਹਦੀ ਤਿਆਰੀ ਇੰਨੀ ਕੁ ਵਧੀਆ ਰੱਖਣੀ ਹੈ ਪੂਣੀ ਤੋਂ ਸ਼ੁਰੂ ਕਰਕੇ ਬੇਸ ਤੋਂ ਲੈ ਕੇ ਐਂਡ ਜਿਹੜੇ ਲੜ ਉਹਦੇ 'ਤੇ ਲਾਉਣੇ ਨੇ ਤੁਸੀਂ ਉਹ ਪਹਿਲਾਂ ਹੀ ਆਪ ਜੀ ਨੇ ਇਸ ਤਰੀਕੇ ਨਾਲ ਸੋਚ ਕੇ ਰੱਖਣੇ ਨੇ ਕਿ ਜਿਵੇਂ ਤੁਸੀਂ ਦਸਤਾਰ ਦਾ ਪੱਲਾ ਫੜਿਆ ਤਾਂ ਤੁਹਾਨੂੰ ਸੋਚਣ ਦੀ ਲੋੜ ਨਾ ਪਵੇ ਕਿ ਤੁਸੀਂ ਕੀ ਕਰਨਾ। ਬੇਸ ਸਭ ਤੋਂ ਮੇਨ ਚੀਜ਼ ਹੈ। ਬੇਸ ਆਪ ਜੀ ਨੇ ਕੋਈ ਵੀ ਬਣਾ ਲੈਣਾ, ਚਾਹੇ ਕੇਸਕੀ ਵਾਲਾ ਬੇਸ ਹੋਵੇ ਚਾਹੇ ਪਟਕੇ ਵਾਲਾ ਹੋਵੇ। ਅਤੇ ਦਸਤਾਰ ਮੁਕਾਬਲੇ ਦੇ ਵਿੱਚ ਕਦੇ ਵੀ ਉਹ ਕੰਮ ਕਦੇ ਨਹੀਂ ਕਰੀਦਾ ਜੋ ਆਪ ਜੀ ਨੇ ਪਹਿਲਾਂ ਕਦੇ ਨਹੀਂ ਕੀਤਾ ਹੋਇਆ। ਕਹਿਣ ਦਾ ਭਾਵ ਜੋ ਆਪ ਜੀ ਡੇਲੀ ਰੂਟੀਨ ਦੇ ਵਿੱਚ ਕਰਦੇ ਹੋ ਆਪ ਜੀ ਨੇ ਉਸੇ ਤਰੀਕੇ ਨਾਲ ਹੀ ਸਾਰਾ ਕੁਝ ਕਰਨਾ ਹੈ। ਪੱਗ ਵੀ ਉਸੇ ਤਰੀਕੇ ਨਾਲ ਹੀ ਬੰਨਣੀ ਹੈ ਐਂਡ ਨਵੀਂ ਦਸਤਾਰ ਦਾ ਜਾਂ ਨਵਾਂ ਕੋਈ ਸਟਾਈਲ ਬਣਨ ਦਾ ਕੋਈ ਪੰਗਾ ਨਹੀਂ ਲੈਣਾ। ਟਰਬਨ ਕੰਪੀਟੀਸ਼ਨ ਦੇ ਵਿੱਚ ਸਭ ਤੋਂ ਮੇਨ ਚੀਜ਼ ਹੁੰਦੀ ਹੈ ਤੁਹਾਡੀ ਮਰਿਆਦਾ, ਜੋ ਕਿ ਤੁਹਾਨੂੰ ਆਪਣੇ ਕੰਪੀਟੀਸ਼ਨ ਦੇ ਵਿੱਚ ਸਟੈਪ ਫਾਰਵਰਡ ਕਰ ਦਿੰਦੀ ਹੈ। ਮਰਿਆਦਾ ਦਾ ਕਹਿਣ ਦਾ ਭਾਵ ਹੈ ਕਿ ਦਸਤਾਰ ਦੀ ਸੰਭਾਲ, ਕੇਸਾਂ ਦੀ ਸੰਭਾਲ ਐਂਡ ਟਾਈਮਿੰਗ। ਜਦੋਂ ਵੀ ਦਸਤਾਰ ਕੰਪੀਟੀਸ਼ਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਆਪ ਜੀ ਦੇ ਮਨ ਵਿੱਚ ਇੱਕੋ ਗੱਲ ਆਉਂਦੀ ਹੈ ਕਿ ਕਿੰਨਾ ਟਾਈਮ ਮਿਲੇਗਾ। ਸੋ ਸਭ ਤੋਂ ਪਹਿਲਾਂ ਤਿਆਰੀ ਆਪ ਜੀ ਦੀ ਇਹ ਹੋਣੀ ਚਾਹੀਦੀ ਹੈ ਕਿ ਤੁਸੀਂ ਦਸਤਾਰ ਜਿਹੜੀ ਹੈ ਉਹ ਕਿੰਨੀ ਦੇਰ 'ਚ ਬੰਨ੍ਹਦੇ ਹੋ। ਆਪ ਜੀ ਨੇ ਸਭ ਤੋਂ ਪਹਿਲਾਂ ਧਿਆਨ ਇਹੀ ਰੱਖਣਾ ਹੁੰਦਾ ਹੈ ਕਿ ਟਾਈਮ ਜਿਹੜਾ ਤੁਸੀਂ ਲਗਾ ਰਹੇ ਹੋ ਦਸਤਾਰ ਦੇ ਉੱਪਰ ਕਿ ਉਹ ਰਿਲਾਇਬਲ ਹੈ ਵੀ ਹੈ ਕਿ ਨਹੀਂ। ਤੁਹਾਨੂੰ ਅਸੀਂ ਦਸਤਾਰ ਫਾਸਟ ਤੋਂ ਫਾਸਟੈਸਟ ਵੇ ਨਾਲ ਬੰਨ੍ਹਣੀ ਸਿਖਾਵਾਂਗੇ ਅੱਜ ਕਿ ਸਭ ਤੋਂ ਤੇਜ਼ ਦਸਤਾਰ ਤੁਸੀਂ ਆਪਣੇ ਸਿਰ 'ਤੇ ਟਰਬਨ ਕੰਪੀਟੀਸ਼ਨ ਦੇ ਵਿੱਚ ਵਧੀਆ ਤੋਂ ਵਧੀਆ ਬੈਸਟ ਟਰਬਨ ਕਿੱਦਾਂ ਬਣਨ ਦੀ ਕੋਸ਼ਿਸ਼ ਕਰਨੀ ਹੈ ਐਂਡ ਉਹਦੇ ਕੀ ਰੂਲਸ ਨੇ। ਰੂਲ ਨੰਬਰ 1 ਕਿ ਤੁਹਾਨੂੰ ਤੁਹਾਡੀ ਪੱਗ ਦਾ ਸਾਈਜ਼ ਪਤਾ ਹੋਣਾ ਚਾਹੀਦਾ ਹੈ ਐਂਡ ਜਿੱਤਣ ਵਾਸਤੇ ਤੁਸੀਂ ਘੱਟ ਤੋਂ ਘੱਟ ਵੀ 5 ਦਿਨ ਪਹਿਲਾਂ ਤਿਆਰੀ ਸ਼ੁਰੂ ਕਰ ਦੇਣੀ ਹੁੰਦੀ ਹੈ ਐਂਡ ਜਿਵੇਂ ਹੁਣ ਮੈਂ ਤੁਹਾਡੇ ਸਾਹਮਣੇ ਦਸਤਾਰ ਸਜਾ ਰਿਹਾ ਪਹਿਲਾਂ ਲੜ ਅੱਧੀ ਅੱਖ ਦੀ ਅੱਧੇ ਕੰਨ 'ਤੇ ਇਹ ਇੰਨਾ ਕੁ ਵਧੀਆ ਲਾਉਣਾ ਹੈ ਕਿ ਇਹ ਲੜ ਜਿਵੇਂ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ। ਜਿਵੇਂ ਆਪ ਜੀ ਦੇਖ ਸਕਦੇ ਹੋ ਕਿ ਫਸਟ ਲੜ ਲੱਗ ਗਿਆ ਹੋਇਆ ਹਾਫ ਆਈ ਹਾਸ਼ੀ ਕਾਫੀਅਰ 'ਤੇ। ਇਹ ਆਪ ਜੀ ਨੂੰ ਪਤਾ ਹੀ ਹੈ। ਇਸ ਦਸਤਾਰ ਦੇ ਵਿੱਚ ਅਸੀਂ ਕੀ ਕਰਾਂਗੇ 2 ਵਾਰੀ ਫਿੰਚ ਨਹੀਂ ਕਰਨਾ, ਫਿੰਚ ਅਸੀਂ 1 ਵਾਰੀ ਕਰਾਂਗੇ ਕਿਉਂਕਿ ਇਹ ਦਸਤਾਰ ਮੁਕਾਬਲੇ ਲਈ ਅਸੀਂ ਤਿਆਰੀ ਕਰਨੀ ਹੈ। 1 ਫਿੰਚ ਲਗਾਇਆ, ਘੁੰਮ ਜਾਓ, ਪਿੱਛੇ ਦਸਤਾਰ नीचे, अगेन लड़ बराबर रखे, फ्रंट तो साफ किया, 1 फिंच ऊपरों साफ कर लिया, पहले नाल दी नाल लगाया, लड़ में हल्का सफाई दे सकते हो, रफ जाने का कोई प्रॉब्लम नहीं क्योंकि वाज नाल बाद असी ਇਹਦੀ सफाई करनी है। पहला मेन काम होंदा दस्तार तुहाडी वजनी चाहिदी है, सफाई बाद च होंदी जाएगी क्योंकि तुहाडे कोल जो टाइम होएगा ਉਹਦੇ 'ਚ ਅਸੀਂ सफाई ही करनी है। पग नूं कंप्लीट करना मेन काम है, सफाई कर लेनी है। इस तरीके नाल फिश के अंदर फोल्ड कर सकते हो तो कर लो, नहीं तो रहन दो इन्हें इदा ही।
क्योंकि बाद च तुसीं दस्तार का कुछ भी कर सकते होंगे हो। फिर दस्तार नूं टकाउणा मेन गल है। ये दस्तार तुहाडी हार्डली 2 या 2.5 मिनट के विच वजी होनी चाहिए है। 4 लड़ हो चुके हैं, बस सिंपली रूल्स फॉलो करने ने। जे तुसीं आम डेली रूटीन दे विच पग बन्नदे हो उस तरीके नाल तुसीं बन्ननी है। पूरा साफ हो गया, गफला रेडी है, लगा लिता। लास्ट पल्ला, ये दस्तार के जोड़े उपरले पल्ले ने वो क्लोज़ कर लेने ने इस तरीके नाल। ये अपना एंड वाला काम है, क्योंकि ये उपर असी लास्ट लड़ लगवाना है कलगी वाला लड़। कलगी वाला लड़ लगाने तो पहला हल्के दस्तार का सेंटर देख लेना है। पल्ले जोड़े उच्चे नीवे करने ने कर सकते हो। बाज मारना होवे वो एंड ते मारांगे असी, पर है कि पहला मेनली असी दस्तार नूं कंप्लीट करना है। ये पल्ला आप जी किसी भी तरीके नाल लगा सकते हो। पहला तो आप जी ने दस्तार कंप्लीट करनी है। वो की आता है सब तो पहला स्टैप कि दस्तार का जोड़ा अखीरला पल्ला है वो ज़्यादा असी मीना करके हज नहीं लाना। अज असी सिंपली लावांगे। साफ कर लेना इनू एंड इत्थों आके जे तुसीं फोल्ड करके लाना फोल्ड करके ला दो। जे सीधा करके लाना है तो फिलहाल असी सीधा भी रख सकते हैं। इस तो बाद असी की करना है, इस तो बाद असी की करना है दस्तार की जिहड़ी सफाई है वो मेनटेन करनी है। सफाई करने लिए आप जी बाज का सहारा लै सकते हो, क्योंकि टाइमिंग तुहाडे कोल लिमिटेड जिहा ही होएगा। सो दस्तार दे विच तुसीं बाज का सहारा जरूर लै सकते हो। नैक्सट पल्ला, नाल हत्थां नाल साफ करी जाना है। एंड अगला पल्ला, उस तो अगला पल्ला, एंड लास्ट पल्ला। हुण असी लास्ट पल्ला लगा सकते हैं। सेंटर देख के खब्बे हत्थ नाल घुमा के इस तरीके नाल दस्तार पूरी सज जाएगी। सेंटर करने लिए आप जी ने हल्का जिहा 50 सेंटर करने लिए उपरों लड़ खिच सकते हो, टोआ पा सकते हो। ज़्यादातर जे तुसीं अपने हत्थां दा काम लोगे हर जगह ते तां चंगी गल है, क्योंकि जे तुसीं बाज दे वल चले गए तो वो टाइम वेस्ट करा सकता हुंदा है। क्योंकि हत्थां नाल तुसीं जो कुछ कर सकते हो वो बाज नाल असीं जस्ट इंप्रूव कर सकते बाद विच, बट उन्हें सैट नहीं कर सकते। सो हत्थां नाल सैट करना हुंदा है, बाज नाल कल्ली इंप्रूवमेंट हो सकती हुंदी है। पग बन्नण तो पहला पग बज्जी होनी चाहिए है। ये हार्डली अपनी 5 मिनट्स के अंदर टर्बन जी पूरी रेडी हो चुकी है। एंड बाद विच तुसीं जे टाइम लगाना भी होवे थोड़ा बहुता 1-2 मिनट लगा सकते हो आराम नाल सफाई के उपर। एंड तुहाडे कोल पूरा खुला टाइम होएगा। इस तरीके नाल तुसीं सिर ढक लेना।
ਲਓ ਜੀ ਸਿਰ ਢੱਕਿਆ ਗਿਆ ਦੋਨੋਂ ਪਾਸੇ ਪ੍ਰੋਪਰਲੀ। ਇਸ ਤਰੀਕੇ ਨਾਲ ਬੰਨੀ ਹੋਈ ਦਸਤਾਰ ਤੁਹਾਡੇ ਕੰਪੀਟੀਸ਼ਨ ਲਈ ਬਹੁਤ ਹੀ ਕੰਮ ਆਏਗੀ। ਇਹ ਦਸਤਾਰ ਹੁਣ ਅਸੀਂ ਆਪ ਜੀ ਦੇ ਸਾਹਮਣੇ ਬਿਨਾਂ ਸਮਝਾਏ ਬਣ ਕੇ ਦਿਖਾਵਾਂਗੇ ਕਿ ਜਦੋਂ ਤੁਸੀਂ ਕੰਪੀਟੀਸ਼ਨ 'ਚ ਬਣਨੀ ਹੈ ਤਾਂ ਹਾਰਡਲੀ ਵੱਧ ਤੋਂ ਵੱਧ ਕਿੰਨਾ ਟਾਈਮ ਲੱਗ ਸਕਦਾ ਹੈ। ਸੋ ਸ਼ੁਰੂਆਤ ਕਰਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਤਰੀਕੇ ਨਾਲ ਤੁਸੀਂ ਦਸਤਾਰ ਨੂੰ ਇੱਦਾਂ ਹੀ ਬੰਨਣਾ ਐਂਡ ਲੱਗਦਾ ਹੈ ਕਿ ਦਸਤਾਰ ਜਿਹੜੀ ਕਾਫੀ ਅੱਛੀ ਤਰੀਕੇ ਨਾਲ ਸੱਜ ਚੁੱਕੀ ਹੈ। ਜੇ ਇਹਦੇ ਵਿੱਚ ਤੁਸੀਂ ਥੋੜ੍ਹਾ ਪ੍ਰੀਟੀ ਮੈਚ ਜਿਹੜਾ ਟੱਚ ਦੇਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਦੇ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਤੇ ਵੈਸੇ ਮੈਂ ਤਾਂ ਇਹਦੇ ਵਿੱਚ ਕੰਫਰਟੇਬਲ ਹਾਂ, ਕਾਫੀ ਮੈਨੂੰ ਅੱਛੀ ਲੱਗ ਰਹੀ ਗੁਰੂ ਸਾਹਿਬ ਦੀ ਕਿਰਪਾ ਨਾਲ। ਐਂਡ ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲਾਂ ਅਸੀਂ ਅਵਾਰਡ ਜਿੱਤੇ ਵੀ ਇਸ ਦੇ ਵਿੱਚ। ਸੋ ਇਸੇ ਤਰੀਕੇ ਨਾਲ ਅਸੀਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਇਹ ਦਸਤਾਰ ਦਾ ਜਿਹੜਾ ਸਟਾਈਲ ਬਣ ਕੇ ਦਿਖਾਇਆ। ਐਂਡ ਬਸ ਇਹਦੇ ਵਿੱਚ ਕੁਝ ਖਾਸ ਨਹੀਂ ਹੁੰਦਾ, ਕੰਪੀਟੀਸ਼ਨ ਹੁੰਦਾ ਹੈ ਐਂਡ ਇੱਕ ਐਕਸਪੀਰੀਅੰਸ ਹੁੰਦਾ ਲਾਈਫ ਦਾ, ਤੇ ਇਹਨੂੰ ਜ਼ਿਆਦਾ ਸੀਰੀਅਸਲੀ ਨਹੀਂ ਲੈਣਾ ਹੁੰਦਾ। ਇਹ ਬਹੁਤ ਹੀ ਇੰਜੋਏ ਕਰਨ ਵਾਲੀ ਚੀਜ਼ ਹੈ। ਐਂਡ ਵੈਸੇ ਸਿਰ ਦੇ ਉੱਪਰ ਦਸਤਾਰ ਦਾ ਜਿਹੜਾ ਤਾਜ ਹੈ ਜੇ ਸੱਜ ਜਾਵੇ ਤਾਂ ਹਰ ਇੱਕ ਜਣਾ ਆਪਣੇ ਆਪ ਦੇ ਵਿੱਚ ਇੱਕ ਵਿਨਰ ਹੈ। ਆਪ ਜੀ ਇਹ ਦਸਤਾਰ ਦਾ ਇੱਕ ਵਾਰ ਲੁੱਕ ਲੈ ਲਵੋ ਕਿ ਇਹ ਦਸਤਾਰ ਮੈਂ ਕਿੱਦਾਂ ਸਜਾਈ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲਾਂ ਜਦੋਂ ਹੀ ਦਸਤਾਰ ਸਜਾਉਣੀ ਹੈ ਤਾਂ ਮੱਥਾ ਟੇਕ ਕੇ ਸ਼ੁਰੂ ਕਰਨੀ ਹੈ ਤੇ ਮਰਿਆਦਾ ਦਾ ਬਹੁਤ ਧਿਆਨ ਰੱਖਣਾ ਕਿ ਦਸਤਾਰ ਦੇ ਥੱਲੇ ਬੇਸ ਦੇ ਵਿੱਚ ਹਮੇਸ਼ਾ ਜੂੜਾ ਕੀਤਾ ਹੋਵੇ ਤਾਂ ਚੰਗੀ ਗੱਲ ਹੈ। ਇਸ ਤਰੀਕੇ ਨਾਲ ਆਪ ਜੀ ਜਿਹੜੇ ਲੜ ਜਿਹੜੇ ਮੋਟੇ ਵੀ ਕਰ ਸਕਦੇ ਹੋ। ਇਹਦੇ ਵਿੱਚ ਆਪ ਜੀ ਦੇਖ ਸਕਦੇ ਹੋ ਇੱਦਾਂ ਹਲਕੇ ਹਲਕੇ ਘੁਮਾਉਣ ਦੇ ਨਾਲ ਲੜ ਮੋਟੇ ਹੋ ਜਾਂਦੇ ਨੇ। ਇਹ ਕੰਮ ਜਿਹੜਾ ਹੈ ਬਿਨਾਂ ਦੇਖੇ ਵੀ ਹੋ ਸਕਦਾ ਸ਼ੀਸ਼ਾ। ਜੇਕਰ ਆਪ ਜੀ ਸ਼ੀਸ਼ਾ ਦੇਖ ਕੇ ਬਣਨਾ ਚਾਹੁੰਦੇ ਹੋ ਦਸਤਾਰ ਸ਼ੀਸ਼ਾ ਦੇਖ ਕੇ ਬਣਾਓ। ਮੇਨ ਥਿੰਗ ਇਹੀ ਹੈ ਕਿ ਜੋ ਜਿਵੇਂ ਤੁਸੀਂ ਆਪਣੀ ਦਸਤਾਰ ਸਜਾਉਂਦੇ ਹੋ ਡੇਲੀ ਰੂਟੀਨ ਦੇ ਵਿੱਚ ਉਸੇ ਤਰੀਕੇ ਨਾਲ ਸਜਾਉਣੀ ਹੈ ਐਂਡ ਕੁਝ ਵੀ ਨਵਾਂ ਨਹੀਂ ਕਰਨਾ ਹੈਗਾ। ਤੇ ਜੇ ਤੁਸੀਂ ਨਵਾਂ ਕਰੋਗੇ ਤਾਂ ਤੁਸੀਂ ਉਹ ਦੇਖ ਹੀ ਲਓਗੇ ਕਿ ਉਹਦਾ ਰਿਜ਼ਲਟ ਕੀ ਹੈ। ਜੋ ਤੁਸੀਂ ਆਪਣੇ ਹੱਥ ਵਿੱਚ ਡੇਲੀ ਜਿਹੜੀ ਦਸਤਾਰ ਬੰਨ੍ਹਦੇ ਪਏ ਹੋ ਉਹ ਹੱਥ ਵਿੱਚ ਇੱਕ ਹਿਸਾਬ ਦੀ ਬਿਨਾਂ ਸ਼ੀਸ਼ਾ ਦੇਖੇ ਵੀ ਬੰਨ੍ਹੀ ਜਾ ਸਕਦੀ ਹੁੰਦੀ ਹੈ। ਤੇ ਇਹ ਦਸਤਾਰ ਜਿਹੜੀ ਮੋਸਟਲੀ ਕੰਪੀਟੀਸ਼ਨ ਦੇ ਵਿੱਚ ਬਿਨਾਂ ਸ਼ੀਸ਼ਾ ਦੇਖੇ ਹੀ ਬੰਨ੍ਹੀ ਜਾਂਦੀ ਹੁੰਦੀ ਹੈ, ਕਿਉਂਕਿ ਸ਼ੀਸ਼ਾ ਇੱਕ ਜਸਟ ਹੈਲਪਰ ਹੈ, ਉਹ ਤੁਹਾਨੂੰ ਇਕੱਲਾ ਟੱਚ ਦੇ ਸਕਦਾ ਤੇ ਕਈਆਂ ਦੀ ਆਈਸਾਈਟ ਵੀਕ ਵੀ ਹੁੰਦੀ ਹੈ। ਜਿਵੇਂ ਮੈਂ ਵੀ ਸਪੈਕਸ ਲਗਾਉਣਾ ਐਂਡ ਮੈਨੂੰ ਵੀ ਸ਼ੀਸ਼ੇ ਦੇਖਣ ਪ੍ਰੋਬਲਮ ਆਉਂਦੀ ਹੈ ਤਾਂ ਪ੍ਰੈਕਟਿਸ ਇੰਨੀ ਕੁ ਰੱਖਣੀ ਪੈਂਦੀ ਹੈ ਕਿ ਜੋ ਦਸਤਾਰ ਅਸੀਂ ਬੰਨ੍ਹਦੇ ਹਾਂ ਡੇਲੀ ਤਾਂ ਉਹ ਬਿਨਾਂ ਸ਼ੀਸ਼ਾ ਦੇਖੇ ਬੰਨ੍ਹੀ ਜਾਵੇ। ਤੇ ਕੁਝ ਵੀ ਨਵਾਂ ਨਹੀਂ ਕਰਨਾ, ਵੱਟਾਂ ਦੀ ਪੱਗ ਨਹੀਂ ਬੰਨ੍ਹਣੀ। ਅੱਜ ਕੱਲ੍ਹ ਜਿਹੜਾ ਫੈਸ਼ਨ ਚੱਲ ਰਿਹਾ ਫੈਸ਼ਨ ਦੇ ਵਿੱਚ ਨਹੀਂ ਜਾਣਾ। ਮੇਨ ਤੁਸੀਂ ਦਸਤਾਰ ਕੰਪੀਟੀਸ਼ਨ ਲਈ ਆਇਓ, ਜਿੱਤਣਾ ਤੁਸੀਂ ਤਾਂ ਤੁਸੀਂ ਉਹ ਚੀਜ਼ ਕਰਨੀ ਹੈ ਜੋ ਤੁਹਾਡਾ ਬੈਸਟ ਹੈ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਹੋਪ ਕਿ ਤੁਸੀਂ ਇਹਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ ਹੈਗਾ। ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਲਾਈਕ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਐਂਡ ਕਲਿੱਕ ਦਾ ਬੈਲ ਆਈਕਨ ਆਲਸੋ। ਤੇ ਏਵਨ ਟਰਬੋ ਟ੍ਰੇਨਿੰਗ ਸੈਂਟਰ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਐਂਡ shahibagdarman.com ਤੋਂ ਤੁਸੀਂ ਕੋਈ ਵੀਡੀਓ ਡਾਊਨਲੋਡ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਤਾ ਹੀ ਹੈ। ਸੋ ਇਸੇ ਤਰੀਕੇ ਨਾਲ ਅਸੀਂ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਤੇ ਮਿਲਦੇ ਹਾਂ ਹੁਣ ਨੈਕਸਟ ਟਿਊਟੋਰੀਅਲ ਦੇ ਵਿੱਚ। ਉਨੀ ਦੇਰ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।